ਬਾਬਾ ਜੀ ਦੇ ਸਾਰੇ ਭਗਤਾਂ ਨੂੰ ਜੈ ਬਾਬਾ ਜੀ ਦੀ। ਅੱਜ ਅਸੀਂ ਇੱਕ ਹੋਰ ਬਾਬਾ ਜੀ ਦੇ ਭਗਤ ਦੀ ਇੱਕ ਸੱਚੀ ਕਹਾਣੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ। ਕਿਵੇਂ ਬਾਬਾ ਜੀ ਨੇ ਆਪਣੇ ਭਗਤ ਨੂੰ ਮੌਤ ਦੇ ਮੂੰਹ 'ਚੋਂ ਕੱਢ ਕੇ ਲਿਆਂਦਾ ਅਤੇ ਇੱਕ ਨਵੀਂ ਜ਼ਿੰਦਗੀ ਬਖਸ਼ੀ। ਇੱਕ ਬਾਬਾ ਜੀ ਦਾ ਭਗਤ ਜੋ ਬਾਬਾ ਜੀ ਨੂੰ ਬਹੁਤ ਮੰਨਦਾ ਸੀ। ਉਸ ਦਾ ਬਾਬਾ ਬਾਲਕ ਨਾਥ ਜੀ 'ਤੇ ਬਹੁਤ ਜ਼ਿਆਦਾ ਵਿਸ਼ਵਾਸ ਸੀ। ਚਾਹੇ ਕੋਈ ਸੁੱਖ ਹੋਵੇ ਜਾਂ ਦੁੱਖ ਹੋਵੇ, ਕਦੇ ਵੀ ਬਾਬਾ ਜੀ ਨੂੰ ਨਹੀਂ ਭੁੱਲਦਾ ਸੀ। ਹਰ ਪਲ ਬਾਬਾ ਜੀ ਦਾ ਨਾਮ ਜਪਦਾ ਰਹਿੰਦਾ ਸੀ। ਕੋਈ ਵੀ ਕੰਮ ਕਰਨਾ ਤਾਂ ਬਾਬਾ ਜੀ ਤੋਂ ਆਗਿਆ ਲੈ ਕੇ ਹੀ ਕਰਦਾ ਸੀ। ਇੱਥੋਂ ਤੱਕ ਕਿ ਜੇਕਰ ਉਸ ਨੇ ਘਰੋਂ ਕਿਤੇ ਬਾਹਰ ਜਾਣਾ ਹੁੰਦਾ, ਘਰ ਵਿੱਚ ਬਣੇ ਬਾਬਾ ਬਾਲਕ ਨਾਥ ਜੀ ਦੇ ਮੰਦਿਰ ਵਿੱਚ ਜਾ ਕੇ ਬਾਬਾ ਜੀ ਦੀ ਫੋਟੋ ਨਾਲ ਗੱਲ ਕਰਦਾ ਅਤੇ ਦੱਸਦਾ ਕਿ ਮੈਂ ਅੱਜ ਘਰੋਂ ਬਾਹਰ ਚੱਲਿਆ ਹਾਂ। ਜਿੰਨਾ ਵੀ ਟਾਈਮ ਉਸ ਨੂੰ ਬਾਹਰ ਲੱਗਣਾ ਹੁੰਦਾ, ਬਾਬਾ ਜੀ ਨੂੰ ਦੱਸ ਕੇ ਜਾਂਦਾ ਅਤੇ ਬਾਬਾ ਜੀ ਤੋਂ ਆਗਿਆ ਲੈ ਕੇ ਜਾਂਦਾ। ਅਤੇ ਜਦੋਂ ਵਾਪਸ ਆਉਂਦਾ ਤਾਂ ਸਭ ਤੋਂ ਪਹਿਲਾਂ ਬਾਬਾ ਜੀ ਨੂੰ ਮੱਥਾ ਟੇਕਦਾ। ਉਸ ਭਗਤ 'ਤੇ ਬਾਬਾ ਜੀ ਦੀ ਪੂਰੀ ਕਿਰਪਾ ਸੀ। ਇੱਥੋਂ ਤੱਕ ਕਿ ਉਸ ਨੂੰ ਹੋਣ ਵਾਲੀ ਗੱਲ ਬਾਬਾ ਜੀ ਪਹਿਲਾਂ ਹੀ ਦੱਸ ਦਿੰਦੇ ਸੀ ਕਿ ਆਉਣ ਵਾਲੇ ਸਮੇਂ ਵਿੱਚ ਕੀ ਹੋਣ ਵਾਲਾ ਹੈ। ਉਸ ਭਗਤ ਨੂੰ ਪਹਿਲਾਂ ਹੀ ਸਭ ਪਤਾ ਚੱਲ ਜਾਂਦਾ ਸੀ। ਜਿੱਦਾਂ ਜਿੱਦਾਂ ਸਮਾਂ ਬੀਤਦਾ ਗਿਆ, ਸਮੇਂ ਦੇ ਨਾਲ ਨਾਲ ਉਸ ਭਗਤ ਦੀ ਸੇਵਾ ਵਿੱਚ ਕਮੀ ਆਉਣੀ ਸ਼ੁਰੂ ਹੋ ਗਈ। ਉਸ ਭਗਤ ਨੇ ਬਾਬਾ ਜੀ ਦੀ ਧੂਫ ਜੋਤ ਕਰਨੀ ਘੱਟ ਕਰ ਦਿੱਤੀ। ਕਦੇ ਕਰ ਦੇਣੀ, ਕਦੇ ਆਪਣੇ ਘਰਦਿਆਂ ਨੂੰ ਕਹਿ ਦੇਣਾ ਕਿ ਅੱਜ ਧੂਫ ਜੋਤ ਤੁਸੀਂ ਕਰ ਦੇਵੋ, ਮੇਰਾ ਮਨ ਠੀਕ ਨਹੀਂ ਹੈ। ਹੌਲੀ ਹੌਲੀ ਆਪਣੇ ਦੋਸਤਾਂ ਨਾਲ ਮਿਲ ਕੇ ਮੀਟ ਮਾਸ ਖਾਣਾ ਸ਼ੁਰੂ ਕਰ ਦਿੱਤਾ। ਇਸੇ ਤਰ੍ਹਾਂ ਬਹੁਤ ਸਮਾਂ ਬੀਤ ਗਿਆ। ਉਸ ਭਗਤ ਨੇ ਮੀਟ ਮਾਸ ਖਾਣਾ ਬੰਦ ਨਹੀਂ ਕੀਤਾ। ਉਸ ਦੇ ਘਰਦਿਆਂ ਨੇ ਵੀ ਉਸ ਨੂੰ ਸਮਝਾਇਆ ਕਿ ਤੂੰ ਬਾਬਾ ਜੀ ਨੂੰ ਮੰਨਦਾ ਹੈ, ਬਾਬਾ ਜੀ ਦੀ ਵੀ ਕਿਰਪਾ ਤੇਰੇ 'ਤੇ ਹੈ, ਤੇਰੇ ਲਈ ਇਹ ਸਭ ਪਾਪ ਹੈ। ਪਰ ਫਿਰ ਵੀ ਉਹ ਭਗਤ ਘਰਦਿਆਂ ਤੋਂ ਚੋਰੀ ਮੀਟ ਮਾਸ ਖਾਂਦਾ ਰਹਿੰਦਾ। ਹੌਲੀ ਹੌਲੀ ਸਮਾਂ ਬੀਤਦਾ ਗਿਆ। ਇੱਕ ਦਿਨ ਉਸ ਭਗਤ ਦੇ ਪੇਟ ਵਿੱਚ ਦਰਦ ਹੋਣਾ ਸ਼ੁਰੂ ਹੋ ਗਿਆ। ਜਦੋਂ ਉਸ ਭਗਤ ਨੇ ਡਾਕਟਰ ਤੋਂ ਪੇਟ ਦਰਦ ਦੀ ਦਵਾਈ ਲਈ ਤਾਂ ਉਸ ਦੀ ਹਾਲਤ ਹੋਰ ਵੀ ਜ਼ਿਆਦਾ ਖਰਾਬ ਹੋ ਗਈ। ਦੂਸਰੇ ਦਿਨ ਉਸ ਨੇ ਆਪਣੇ ਟੈਸਟ ਕਰਵਾਏ ਤਾਂ ਟੈਸਟਾਂ ਵਿੱਚ ਬਹੁਤ ਸਾਰੀਆਂ ਬਿਮਾਰੀਆਂ ਇਕੱਠੀਆਂ ਹੋ ਗਈਆਂ। ਕਿਡਨੀ ਇਨਫੈਕਸ਼ਨ, ਲੀਵਰ ਪ੍ਰੋਬਲਮ, ਡੇਂਗੂ ਅਤੇ ਸੈੱਲ ਵੀ ਬਹੁਤ ਜ਼ਿਆਦਾ ਘਟ ਗਏ। ਇਹ ਸਭ ਕੁਝ ਇੱਕ ਹੀ ਦਿਨ ਵਿੱਚ ਹੋ ਗਿਆ। ਫਿਰ ਉਸ ਨੂੰ ਸ਼ਹਿਰ ਵਿੱਚ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। 2 ਦਿਨ ਹਸਪਤਾਲ ਵਿੱਚ ਰੱਖਣ ਤੋਂ ਬਾਅਦ ਵੀ ਕੋਈ ਫਰਕ ਨਾ ਪਿਆ। ਉਸ ਭਗਤ ਦਾ ਪੇਟ ਬਹੁਤ ਜ਼ਿਆਦਾ ਫੁੱਲ ਗਿਆ ਸੀ। ਹੁਣ ਉਸ ਨੂੰ ਸਾਹ ਲੈਣਾ ਵੀ ਬਹੁਤ ਔਖਾ ਲੱਗ ਰਿਹਾ ਸੀ। ਉਸ ਨੂੰ ਸਾਹ ਨਹੀਂ ਸੀ ਆ ਰਿਹਾ। ਉਸ ਦੀ ਇਹ ਹਾਲਤ ਦੇਖ ਕੇ ਡਾਕਟਰਾਂ ਵੱਲੋਂ ਜਵਾਬ ਦੇ ਦਿੱਤਾ ਗਿਆ ਅਤੇ ਕਿਹਾ ਗਿਆ, ਹੁਣ ਇਸ ਨੂੰ ਇੱਥੇ ਕੋਈ ਨਹੀਂ ਸਾਂਭ ਸਕਦਾ। ਜੇਕਰ ਤੁਸੀਂ ਇਸ ਨੂੰ ਬਚਾਉਣਾ ਚਾਹੁੰਦੇ ਹੋ ਤਾਂ ਇਸ ਨੂੰ CMC ਜਾਂ DMC ਲੈ ਜਾਓ। ਇਸ ਦਾ ਉੱਥੇ ਇਲਾਜ ਹੋ ਸਕਦਾ ਹੈ। ਇਸ ਦਾ ਇਲਾਜ ਉੱਥੇ ਹੋ ਜਾਵੇ। ਡਾਕਟਰਾਂ ਵੱਲੋਂ ਇਹ ਗੱਲ ਸੁਣ ਕੇ ਉਸ ਦੀ ਮਾਂ ਬਹੁਤ ਰੋਣ ਲੱਗ ਜਾਂਦੀ ਹੈ ਅਤੇ ਬਾਬਾ ਜੀ ਅੱਗੇ ਅਰਦਾਸ ਬੇਨਤੀ ਕਰਦੀ ਹੈ ਕਿ ਮੇਰੇ ਪੁੱਤ ਨੂੰ ਬਚਾ ਲਵੋ। ਇਹ ਆਪ ਜੀ ਦਾ ਭਗਤ ਹੈ। ਜੋ ਇਸ ਨੇ ਗਲਤੀ ਕੀਤੀ ਹੈ ਉਸ ਦੀ ਮਾਫ਼ੀ ਮੈਂ ਮੰਗਦੀ ਹਾਂ। ਮੇਰੇ ਪੁੱਤ ਨੂੰ ਮਾਫ਼ ਕਰ ਦੇਵੋ। ਫਿਰ ਉਹ ਬਾਬਾ ਜੀ ਦੇ ਭਗਤ ਨੂੰ ਵੀ ਆਪਣੀ ਗਲਤੀ ਦਾ ਅਹਿਸਾਸ ਹੋ ਜਾਂਦਾ ਹੈ। ਉਹ ਵੀ ਬਾਬਾ ਜੀ ਤੋਂ ਮਾਫ਼ੀ ਮੰਗਦਾ ਹੈ ਅਤੇ ਆਪਣੇ ਮਾਤਾ ਪਿਤਾ ਨੂੰ ਕਹਿੰਦਾ ਹੈ ਕਿ ਘਰ ਵਿੱਚ ਜਾ ਕੇ ਬਾਬਾ ਜੀ ਦੇ ਮੰਦਿਰ ਵਿੱਚ ਧੂਫ ਅਤੇ ਜੋਤ ਜਗਾ ਦੇਵੋ। ਫਿਰ ਉਸ ਭਗਤ ਦੀ ਮਾਂ ਆਪਣੇ ਘਰ ਫੋਨ ਕਰਦੀ ਹੈ ਅਤੇ ਆਪਣੇ ਵੱਡੇ ਬੇਟੇ ਨੂੰ ਕਹਿੰਦੀ ਹੈ, ਤੁਸੀਂ ਬਾਬਾ ਜੀ ਦੇ ਮੰਦਿਰ ਵਿੱਚ
ਬਾਬਾ ਜੀ ਦੀ ਧੂਫ ਅਤੇ ਜੋਤ ਜਗਾ ਦੇਵੋ। ਬਾਬਾ ਜੀ ਕੋਈ ਨਾ ਕੋਈ ਰਸਤਾ ਜ਼ਰੂਰ ਦਿਖਾਣਗੇ। ਉਸ ਭਗਤ ਦਾ ਵੱਡਾ ਭਰਾ ਬਾਬਾ ਜੀ ਦੀ ਜੋਤ ਜਗਾ ਦਿੰਦਾ ਹੈ ਅਤੇ ਬਾਬਾ ਜੀ ਅੱਗੇ ਅਰਦਾਸ ਕਰਨ ਲੱਗਦਾ ਹੈ। ਉੱਧਰ ਉਸ ਭਗਤ ਨੂੰ DMC ਲੈ ਜਾਣ ਲਈ ਗੱਡੀ ਵਿੱਚ ਬਿਠਾਉਣ ਹੀ ਲੱਗਦੇ ਹਨ। ਉਸ ਭਗਤ ਦੇ ਰਿਸ਼ਤੇਦਾਰ ਆ ਜਾਂਦੇ ਹਨ ਅਤੇ ਕਹਿੰਦੇ ਹਨ, ਇਸ ਨੂੰ ਕਿਤੇ ਲੈ ਕੇ ਜਾਣ ਦੀ ਜ਼ਰੂਰਤ ਨਹੀਂ, ਇਸ ਦਾ ਇਲਾਜ ਇਸ ਹੀ ਸ਼ਹਿਰ ਵਿੱਚ ਹੈ। ਅਸੀਂ ਹੁਣ ਹੀ ਡਾਕਟਰ ਨੂੰ ਮਿਲ ਕੇ ਆ ਰਹੇ ਹਾਂ। ਸਾਨੂੰ ਇਸ ਨੂੰ ਉਸ ਡਾਕਟਰ ਕੋਲ ਲੈ ਕੇ ਜਾਣਾ ਚਾਹੀਦਾ ਹੈ। ਫਿਰ ਸਭ ਬਾਬਾ ਜੀ ਦਾ ਨਾਮ ਲੈ ਕੇ ਉਸ ਹੀ ਸ਼ਹਿਰ ਵਿੱਚ ਡਾਕਟਰ ਕੋਲ ਲੈ ਜਾਂਦੇ ਹਨ। ਜਦੋਂ ਉੱਥੇ ਜਾਂਦੇ ਹਨ, ਉਸ ਡਾਕਟਰ ਦੀ ਛੋਟੀ ਜਿਹੀ ਦੁਕਾਨ ਦੇਖ ਕੇ ਮਨ ਵਿੱਚ ਕਹਿੰਦੇ ਹਨ ਕਿ ਇੱਥੇ ਕਿਸ ਤਰ੍ਹਾਂ ਇਸ ਦਾ ਇਲਾਜ ਹੋ ਸਕਦਾ ਹੈ। ਜਿੱਥੇ ਵੱਡੇ ਵੱਡੇ ਡਾਕਟਰਾਂ ਨੇ ਜਵਾਬ ਦੇ ਦਿੱਤਾ, ਪਰ ਫਿਰ ਵੀ ਬਾਬਾ ਜੀ 'ਤੇ ਵਿਸ਼ਵਾਸ ਰੱਖ ਕੇ ਉੱਥੇ ਇਲਾਜ ਕਰਵਾਉਣਾ ਸ਼ੁਰੂ ਕਰ ਦਿੰਦੇ ਹਨ। ਡਾਕਟਰ ਵੱਲੋਂ ਹਜੇ ਸਿਰਫ ਇੱਕ ਹੀ ਗਲੂਕੋਜ਼ ਲਗਾਇਆ ਗਿਆ ਸੀ। ਉਸ ਭਗਤ ਦਾ ਪੇਟ ਕੁਝ ਹੀ ਮਿੰਟਾਂ ਵਿੱਚ ਠੀਕ ਹੋਣਾ ਸ਼ੁਰੂ ਹੋ ਗਿਆ। ਜੋ ਪੇਟ ਪਹਿਲਾਂ ਫੁੱਲਿਆ ਹੋਇਆ ਸੀ, ਹੁਣ ਉਹ ਨਾਰਮਲ ਹੋਣਾ ਸ਼ੁਰੂ ਹੋ ਗਿਆ। ਹੁਣ ਉਹ ਭਗਤ ਕਹਿ ਰਿਹਾ ਸੀ ਕਿ ਮੈਨੂੰ ਹੁਣ ਸਾਹ ਲੈਣ ਵਿੱਚ ਕੋਈ ਤਕਲੀਫ ਨਹੀਂ ਹੋ ਰਹੀ, ਮੈਂ ਠੀਕ ਮਹਿਸੂਸ ਕਰ ਰਿਹਾ ਹਾਂ। ਫਿਰ ਸਾਰੇ ਬਾਬਾ ਜੀ ਦਾ ਸ਼ੁਕਰ ਮਨਾਉਂਦੇ ਹਨ, ਬਾਬਾ ਜੀ ਦੀ ਜੈ ਜੈਕਾਰ ਕਰਦੇ ਹਨ। ਕੁਝ ਹੀ ਦਿਨਾਂ ਵਿੱਚ ਉਹ ਭਗਤ ਠੀਕ ਹੋ ਕੇ ਘਰ ਚਲਾ ਜਾਂਦਾ ਹੈ। ਘਰ ਆ ਕੇ ਬਾਬਾ ਜੀ ਦੇ ਮੰਦਰ ਵਿੱਚ ਮੱਥਾ ਟੇਕਦਾ ਹੈ ਅਤੇ ਆਪਣੀ ਭੁੱਲ ਬਖਸ਼ਾਉਂਦਾ ਹੈ ਅਤੇ ਮੀਟ ਮਾਸ ਖਾਣ ਦੇ ਲਈ ਵੀ ਮਾਫ਼ੀ ਮੰਗਦਾ ਹੈ ਅਤੇ ਕਹਿੰਦਾ ਹੈ, ਹੁਣ ਮੈਂ ਕਦੇ ਵੀ ਮਾਸ ਨਹੀਂ ਖਾਵਾਂਗਾ, ਫਿਰ ਤੋਂ ਬਾਬਾ ਜੀ ਦੀ ਪੂਜਾ ਪਾਠ ਕਰਾਂਗਾ। ਭਗਤੋ, ਸਾਨੂੰ ਕਦੇ ਵੀ ਬਾਬਾ ਜੀ ਦੀ ਰਜ਼ਾ 'ਚੋਂ ਬਾਹਰ ਨਹੀਂ ਜਾਣਾ ਚਾਹੀਦਾ। ਪੂਜਾ ਪਾਠ ਕਰਨ ਵਾਲੇ ਇਨਸਾਨ ਨੂੰ ਕਦੇ ਵੀ ਮੀਟ ਮਾਸ ਨਹੀਂ ਖਾਣਾ ਚਾਹੀਦਾ। ਸੱਚੇ ਦਿਲੋਂ ਬਾਬਾ ਜੀ ਦੀ ਪੂਜਾ ਪਾਠ ਕਰਦੇ ਰਹਿਣਾ ਚਾਹੀਦਾ ਹੈ। ਜੈ ਬਾਬਾ ਜੀ ਦੀ। ਇਸ ਤਰ੍ਹਾਂ ਦੀ ਹੋਰ ਸੱਚੀ ਕਹਾਣੀ ਸੁਣਨ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਜੇਕਰ ਤੁਹਾਡੇ ਕੋਲ ਵੀ ਕੋਈ ਸੱਚੀ ਕਹਾਣੀ ਹੈ ਤਾਂ ਤੁਸੀਂ ਸਾਨੂੰ ਸਾਡੇ ਈਮੇਲ ਐਡਰੈਸ 'ਤੇ ਸੈਂਡ ਕਰ ਸਕਦੇ ਹੋ। ਸਾਡਾ ਈਮੇਲ ਐਡਰੈਸ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਹੈ। ਜੈ ਬਾਬਾ ਜੀ ਦੀ।